ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਖਬਰਾਂ ਦੀ ਖਬਰ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਅਜਿਹਾ ਵਿਸ਼ਾ ਲੈ ਕੇ ਆਏ ਹਾਂ ਜਿਸ ਦੇ ਨਾਲ ਸ਼ਾਇਦ ਪਿਛਲੇ ਲੰਮੇ ਸਮੇਂ ਦੇ ਉੱਤੋਂ ਇੱਕ ਵੱਡੀ ਬਹਿਸ ਜਿਹੜੀ ਹੋ ਰਹੀ ਹੈ। ਉਸ ਵਿਸ਼ੇ ਦੇ ਉੱਤੇ ਬਹੁਤ ਵੱਡੇ ਕਾਨੂੰਨ ਬਣਾਏ ਗਏ ਨੇ, ਪਰ ਇਨਸਾਫ ਕਿੰਨਿਆਂ ਕੁ ਨੂੰ ਮਿਲਿਆ ਉਹ ਅੱਜ ਵੀ ਜਿਹੜਾ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਅਸੀਂ ਗੱਲ ਕਰ ਰਹੇ ਹਾਂ ਔਰਤਾਂ ਦੇ ਹੱਕਾਂ ਦੀ ਰਾਖੀ ਦੀ, ਔਰਤਾਂ ਨਾਲ ਹੋ ਰਹੇ ਜ਼ੁਲਮਾਂ ਦੀ, ਔਰਤਾਂ ਦੇ ਨਾਲ ਹੋ ਰਹੇ ਬਲਾਤਕਾਰ ਛੇੜਛਾੜ ਦੀਆਂ ਘਟਨਾਵਾਂ ਦੀ। ਅਜਿਹੇ ਇੱਕ ਪੀੜਿਤ ਸਾਡੇ ਨਾਲ ਅੱਜ ਮੌਜੂਦ ਨੇ ਜਿਹੜੇ ਕਿ ਬੜੇ ਵੱਡੇ ਲੈਵਲ ਦੇ ਉੱਤੇ ਪੀੜਿਤ ਨੇ। ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਪ੍ਰਤਾੜਿਤ ਕੀਤਾ ਗਿਆ, ਇੱਥੋਂ ਤੱਕ ਕਿ ਉਹਨਾਂ ਦਾ ਘਰ ਤੱਕ ਟੁੱਟ ਗਿਆ ਅਤੇ ਅੱਜ ਉਹ ਤਲਾਕ ਲੈਣ ਤੋਂ ਬਾਅਦ ਦਰ ਭਟਕਣ ਨੂੰ ਮਜਬੂਰ ਹੋ ਗਏ ਨੇ। ਮੇਰੇ ਨਾਲ ਹੈਗੇ ਨੇ ਪੂਨਮ ਜੀ, ਆਪਣੇ ਮੂੰਹੋਂ ਸਾਰੀ ਗੱਲਬਾਤ ਦੱਸਣਗੇ। ਨਾਲ ਹੀ ਮੈਂ ਇੱਥੇ ਇੱਕ ਜ਼ਿਕਰ ਕਰਨਾ ਮੁਨਾਸਿਬ ਸਮਝਾਂਗਾ ਕਿ ਲੰਘੇ ਦਿਨੀ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਗਿਆ। ਬੜੀਆਂ ਵੱਡੀਆਂ ਜਿਹੜੀਆਂ ਨੇ ਗੱਲਾਂ ਬੋਲੀਆਂ ਗਈਆਂ ਨੇ ਔਰਤਾਂ ਦੇ ਹੱਕਾਂ ਦੇ ਵਿੱਚ, ਔਰਤਾਂ ਦੇ ਹੱਕਾਂ ਦੀ ਰਾਖੀ ਲਈ, ਪਰ ਅਸਲ ਧਰਾਤਲ ਦੇ ਉੱਤੇ ਜਿਹੜੇ ਨੇ ਜਦੋਂ ਇੱਦਾਂ ਦੇ ਕੇਸ ਆਉਂਦੇ ਨੇ ਤਾਂ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ। ਪੂਨਮ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਪੂਨਮ ਜੀ, ਬੜੇ ਹੀ ਭਾਵੁਕ ਤਰੀਕੇ ਨਾਲ ਤੁਸੀਂ ਮੈਨੂੰ ਆਪਣੀ ਜਿਹੜੀ ਸਾਰੀ ਗੱਲਬਾਤ ਦੱਸੀ ਅਤੇ ਮੈਨੂੰ ਇਹ ਮਜਬੂਰ ਹੋਣਾ ਪਿਆ ਕਿ ਮੈਂ ਤੁਹਾਡੀ ਜਿਹੜੀ ਹੈ ਉਹ ਸਟੋਰੀ, ਤੁਹਾਡੀ ਇਹ ਕਹਾਣੀ, ਤੁਹਾਡੇ ਨਾਲ ਜੋ ਆਪ ਬੀਤੀ ਹੈ ਉਹ ਸਾਡੇ ਦਰਸ਼ਕਾਂ ਦੇ ਸਾਹਮਣੇ ਧਰਾਂ। ਜੀ ਸਰ। ਕਿੱਥੋਂ ਇੰਨਾ ਜਿਹੜਾ ਉਹ ਤੁਹਾਡੇ ਨਾਲ ਜ਼ੁਲਮ ਹੋਇਆ ਅਤੇ ਤੁਹਾਡੀ ਗੱਲਬਾਤ ਜਿਹੜੀ ਤੁਹਾਡੀ ਸੁਣਵਾਈ ਕਰਨ ਲਈ ਜਿਹੜੀ ਹੈ ਇਹ ਕਿਉਂ ਜਿਹੜਾ ਸਮਾਜ ਅਤੇ ਕਿਉਂ ਤੁਹਾਡੀ ਜਿਹੜੀ ਪੁਲਿਸ ਹੈ, ਕਿਉਂ ਸਰਕਾਰ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾਈ? शायद सर पुलिस या सरकार सिर्फ पैसे वाले की सुनती है, आम बंदे की कहीं भी कोई सुनवाई है ही नहीं, ना है ना कदे होएगी। आही सच है। इसनूं बदल के तोड़ मोड़ के जिद्दां मर्जी पेश किया जाए, किन्ने मर्जी नारी दिवस मनाए जान, उन्हां दा कदे कोई फायदा नहीं हो रहा इंडिया च तां खास करके। ਅੱਛਾ, ਥੋੜ੍ਹਾ ਜਿਹਾ ਦੱਸੋਗੇ ਤੁਸੀਂ ਆਪਣੇ ਬਾਰੇ ਦੱਸੋਗੇ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਬੀਤਿਆ ਕੀ ਤੁਸੀਂ ਉਹ ਥੋੜ੍ਹਾ ਦੱਸੋਗੇ। मेरा नाम पूनम वाली है, मैं पटियाले की रहने वाली हाँ। बीते 6 सालों तो मैं थिएटर रंगमंच नाल जुड़ी हुई हाँ। कुछ गाने, कुछ मूवियां च मैं काम किया है जो पब्लिक ने बहुत एप्रीशिएट किया है। एक शूट के दौरान ही मैं दिल्ली गई सी सर, 2019 सितंबर 18 सितंबर की गल है सर। तो वो शूट 14 अक्तूबर तक चलिया, 13 अक्तूबर तक चलिया सर। 14 अक्तूबर तक तो फेमस ही करने की कोशिश की गई। मैनू कुछ आपस च लड़ाई सी डायरैक्टर दी या आर्टिस्टां दी, उस च मैनू इनवॉल्व किया गया। मेरी एक कह सकते हैं पोर नहीं कह सकते हैं उसनू, टिकटॉक के ऊपर मेरिया फोटोआं चक के उसके ऊपर किसी लेडीज़ की गलत फोटो लगा के, न्यूड फोटो लगा के उसनों उहदे ऊपर मेरा टैलीफोन नंबर लिख के पब्लिक च वंडिया गया, जिस दे नाल मेरा तलाक भी हो चुका है। शूट खत्म कर पटियाला पहुंचने तो बाद मैं SSP साहब ने दरखास्त दी। ਆਪਾਂ ਇਸ ਦੀ ਗੱਲ 'ਤੇ ਆਵਾਂਗੇ। ਥੋੜ੍ਹੀ ਜਿਹੀ ਕਹਾਣੀ ਸਾਡੇ ਦਰਸ਼ਕ ਮੇਰੇ ਖਿਆਲ 'ਤੇ ਹਲੇ ਸੱਸੋ ਪੰਚ ਹੋਣਗੇ, ਦਿਮਾਗ ਸੋਚ ਰਿਹਾ ਹੋਏਗਾ ਵੀ ਅਸਲ ਕਹਾਣੀ ਗੱਲ ਹੋਈ ਕੀ ਹੈ, ਕਿਉਂ ਇੰਨੀ ਖੁੰਦਕ ਪੈ ਗਈ, ਕੌਣ ਬੰਦਾ ਸੀ ਉਹ ਜਿਹਦੇ ਨਾਲ ਇਹ ਹੋਇਆ ਅਤੇ ਕੀ ਕਾਰਨ ਹੋਇਆ ਅਤੇ ਕਿੱਦਾਂ ਜਿਹੜਾ ਉਹਨੇ ਤੁਹਾਨੂੰ ਜਿਹੜਾ ਇਸ ਲੈਵਲ ਤੱਕ ਪਹੁੰਚਾਤਾ ਕਿ ਅੱਜ ਤੁਸੀਂ ਇਹ ਹਾਲਤ ਵਿੱਚ ਹੋ? ਸਰ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਦੀ ਹਾਂ ਕਿ ਸ਼ੂਟ ਦੇ ਦੌਰਾਨ ਹੀ ਡਾਇਰੈਕਟਰ ਦੀ ਉਸ ਰੋਹਿਤ ਨਾਮ ਦੇ ਆਰਟਿਸਟ ਨਾਲ ਕੋਈ पैसे के लेन देन लेके 5000 रुपये के लेन देन लेके झगड़ा होया, जिस दे कारण यानी कि सारे के सारे बाजार गए हुए सी, मैं कल्ली उत्थे सी। वो मुंडा लैपटॉप चक के गल्लां मिला के चला गया उत्थे तो। यानी कि लड़ाई ਉਹਦੀ ਡਾਇਰੈਕਟਰ ਦੇ ਨਾਲ ਹੋਈ ਸੀ ਤੇ ਉਹ ਉਹਦਾ ਲੈਪਟਾਪ ਚੱਕ ਕੇ ਭੱਜ ਗਿਆ ਜੀ। ਤਾਂ ਮੈਨੂੰ ਉੱਥੇ ਆਂਟੀ ਕਹਿੰਦੇ ਸਾਰੇ, ਆਂਟੀ करके आराम नाल पुत्त बेटे कह के गल करदा कद लैपटॉप चक के ले गया मैनू नहीं पता। 2 बंदे होर सी उसके नाल, एक झोलू नाम का मुंडा सी, वो भी नाल बैठा गल्लां कर रहा सी, एक रोहित नाम का सी, पिछे तो लैपटॉप चक के ले गया वो। उस तो बाद उसने पैसों की डिमांड करती डायरैक्टर तो 55,000 रुपये की। डायरैक्टर को इन्ने पैसे सी नहीं, मन्ने अपने अकाउंट चों कढ़ा के 40,000 रुपये उसनू दिते कि वो कहता 15,000 मेरे कोल हैगे हैं तो 55,000 पूरे करके दे देंगे।
ਉਸ ਨੂੰ ਕਹਿੰਦਾ ਉਹ ਰੋਹਿਤ ਨਾਮ ਦਾ ਮੁੰਡਾ ਕਿ ਤੂੰ ਕੱਲਾ ਆਈ, ਕੋਈ ਵੀ ਤੇਰੇ ਨਾਲ ਲੇਡੀਜ਼ ਜਾਂ ਕੋਈ ਕੁੜੀ ਨਹੀਂ ਹੋਣੀ ਚਾਹੀਦੀ। ਮੈਂ ਡਾਇਰੈਕਟਰ ਨੂੰ ਕਿਹਾ ਵੀ ਜੇ ਕੱਲਾ ਤੈਨੂੰ ਬੁਲਾ ਰਿਹਾ ਤਾਂ ਕहीं ਨਾ ਕहीं ਤੈਨੂੰ ਫਸਾ ਨਾ ਦੇਵੇ। ਦੇਖੋ ਅੱਜ ਕੱਲ੍ਹ ਆਹੀ ਟਾਈਮ ਹੈ, ਖੁੰਦਕ ਕੱਢ ਸਕਦਾ ਉਹ। ਤਾਂ ਮੈਂ, ਮੇਰੇ ਨਾਲ ਮੇਰੀ ਬੇਟੀ, 3 ਥੀਏਟਰ ਦੇ ਉੱਥੇ ਦੇ ਸਾਡੇ ਸ਼ੂਟ ਦੇ ਆਰਟਿਸਟ, ਰਾਜ ਢੋਂਗੀ, ਉਮੇਸ਼, ਇੱਕ ਰਾਘਵ, ਇਹ ਸਾਰੇ ਮਿਲ ਕੇ ਅਸੀਂ ਲੈਪਟਾਪ ਲੈਣ ਗਏ ਉੱਥੇ। ਉਹ ਲੈਪਟਾਪ ਦੇਣ ਲਈ ਰੋਹਿਤ ਨਾਮ ਦਾ ਮੁੰਡਾ ਖੁਦ ਨਹੀਂ ਆਇਆ, ਉਸਨੇ ਆਪਣੇ ਕੁਝ ਬੰਦੇ ਭੇਜੇ ਹੋਏ ਸੀ, ਕੁੜੀਆਂ ਕੁਝ ਮੁੰਡੇ, ਉਹਨਾਂ ਤੋਂ ਲੈਪਟਾਪ ਲੈ ਕੇ ਅਸੀਂ ਵਾਪਸ ਆਏ। ਰਾਘਵ ਉੱਥੇ ਰਹਿ ਗਿਆ ਕਿਉਂਕਿ ਉਸ ਕੋਲ 15,000 ਰੁਪਏ ਸੀ, ਕਿਉਂਕਿ ਸਾਨੂੰ ਡਾਇਰੈਕਟਰ ਨੇ ਕਿਹਾ ਸੀ ਕਿ 15,000 ਰੁਪਏ ਦੇ ਕੇ ਆਣੇ, ਜਿਹੜੇ 40,000 ਵਾਲੇ ਮੈਡਮ ਤੁਹਾਨੂੰ ਮੈਂ ਵਾਪਸ ਮੋੜ ਦਾਂਗਾ, ਕਿ ਅਗਰ ਇਹ ਖਰਚ ਹੋ ਗਏ ਤਾਂ ਮੈਂ ਉਤਾਰ ਨਹੀਂ ਸਕੂੰਗਾ ਤੁਹਾਡੇ ਪੈਸੇ, ਜੇ ਹੋ ਸਕੇ ਇਸ 'ਚ ਨਿਬੜ ਜਾਏ। ਅਸੀਂ ਲੈਪਟਾਪ ਲੈ ਕੇ ਆ ਗਏ, ਉਹ ਉਸ ਨਾਲ ਗੱਲ ਕਰਦਾ ਰਿਹਾ, ਬਸ ਉਸਕੇ ਖੁੰਦਕ ਕੱਢ ਕੇ ਕਿ ਇਹ ਪੈਸੇ ਦੇ ਬਿਨਾਂ ਚਲੇ ਗਏ ਲੈਪਟਾਪ ਲੈ। ਹਾਂਜੀ, ਕਿਉਂਕਿ ਜਿਹੜੇ ਬੰਦੇ ਉੱਥੇ ਆਏ ਸੀ ਉਹਨਾਂ ਨੂੰ ਉਸਨੇ ਇਹ ਕਿਹਾ ਸੀ ਕਿ ਲੈਪਟਾਪ ਦੇ ਕੇ ਪੈਸੇ ਲੈਣੇ ਆ, ਜਦਕਿ ਮੈਂ ਉੱਥੇ ਜਾ ਕੇ ਉਹਨਾਂ ਨੂੰ ਦੱਸਦਾ ਸੀ ਕਿ ਇਹ ਮੁੰਡਾ ਲੈਪਟਾਪ ਚੋਰੀ ਕਰਕੇ ਭੱਜਿਆ। ਉਸ ਨੂੰ ਇਹ ਹੋ ਗਿਆ ਕਿ ਮੇਰੀ ਬੇਇੱਜ਼ਤੀ ਕਰੀ ਹੈ। ਉਸ ਦੀ ਐਵਜ਼ ਦੇ ਵਿੱਚ ਇਸ ਬੰਦੇ ਨੇ ਮੇਰੀਆਂ ਫੋਟੋਆਂ ਦੇ ਉੱਪਰ ਨਿਊਡ ਫੋਟੋ ਲਗਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀ, ਜਦਕਿ ਮੈंने उसके बारे में सिर्फ सच ਦੱਸਿਆ ਸੀਗਾ। ਉਸ ਜਿਹੜੀਆਂ ਫੋਟੋਆਂ ਉਸਨੇ ਬਣਾਈਆਂ, ਜੋ ਵੀਡੀਓ ਕਲਿੱਪ ਛੋਟਾ ਸਾ ਬਣਾਇਆ, ਉਸ ਨੂੰ ਮੈंने ਆਪਣੇ ਘਰਦਿਆਂ ਨੂੰ ਭੇਜਤਾ। ਆਪਾਂ ਇੱਥੇ ਆਉਂਦੇ ਹਾਂ, ਅੱਗੇ ਕੀ ਹੋਇਆ? ਫੋਟੋਆਂ ਜਿਹੜੀਆਂ ਬਣਾ ਕੇ ਤੁਹਾਡਾ ਇੱਕ 5 ਸਕਿੰਟ ਦਾ ਤੁਸੀਂ ਦੱਸਿਆ ਵੀ ਕਲਿੱਪ ਬਣਾ ਕੇ ਉਹਨਾਂ ਨੇ ਉਹਦੇ ਤੇ ਤੁਹਾਡਾ ਨੰਬਰ ਲਿਖਤਾ, ਤੇ ਜਦੋਂ ਉਹ ਸਾਰਾ ਕਲਿੱਪ ਜਿਹੜਾ ਉਹ ਵਾਇਰਲ ਹੋਇਆ, ਉਸ ਤੋਂ ਬਾਅਦ ਤੁਹਾਨੂੰ ਕੀ ਦਿੱਕਤਾਂ ਆਈਆਂ? ਫੋਨ ਆਉਣੇ ਸ਼ੁਰੂ ਹੋ ਗਏ? ਨਾ ਸਰ, ਫੋਨ ਨਹੀਂ ਆਏ, ਕਿਉਂਕਿ ਉਸ ਦੇ ਬਾਅਦ ਅਗਲੇ ਦਿਨ ਹੀ ਕਹਿੰਦੇ ਆ, ਅਗਲੇ ਦਿਨ ਜਾਂ 2-3 ਦਿਨ ਬਾਅਦ ਉਸਨੇ ਉਹ ਵੀਡੀਓ ਕਲਿੱਪ, ਸਾਨੂੰ 2-3 ਦਿਨ ਦਾ ਪਤਾ ਹੀ ਨਹੀਂ ਲੱਗਿਆ ਸਰ, ਕਿਉਂਕਿ ਵੀਡੀਓ ਕਲਿੱਪ ਵੀ ਪਾਇਆ। ਬਾਅਦ ਦੇ ਵਿੱਚ ਜੇ ਡਾਇਰੈਕਟਰ ਸੀ ਘੁੰਮ ਕੇ ਉਹਦੇ ਕੋਲ ਪਹੁੰਚ ਗਏ, ਉਸਨੇ ਬੈਠਾ, ਉਹ ਪਰੇਸ਼ਾਨ ਹੋ ਕੇ ਬੈਠ ਗਿਆ। ਮੈंने ਉਸਨੂੰ ਪੁੱਛਿਆ, ਮੈਂ ਕਿਹਾ ਮੈਨੂੰ ਦੱਸ ਤਾਂ ਦੇ ਕੀ ਗੱਲ ਹੈ, ਤਾਂ ਕਹਿੰਦਾ ਨਹੀਂ ਮੈਡਮ ਤੁਹਾਨੂੰ ਦੱਸਣ ਵਾਲੀ ਗੱਲ ਨਹੀਂ ਹੈ, ਕਿ ਤੁਹਾਡੇ ਖਿਲਾਫ ਹੀ ਹੈ ਕੁਝ, ਪਰ ਅੱਛੀ ਗੱਲ ਨਹੀਂ ਹੋਈ। ਮੈਂ ਉਸਨੂੰ ਜਦ ਜ਼ਬਰਦਸਤੀ ਪੁੱਛਿਆ ਤਾਂ ਉਸਨੇ ਮੈਨੂੰ ਦਿਖਾਇਆ। ਅਸੀਂ ਜਿੰਨੇ ਬਾਕੀ ਆਰਟਿਸਟ बैठे ਸਾਰੇ ਕੇ ਸਾਰੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਏ ਉਸ ਮੁੰਡੇ ਤੋਂ। ਕਿਸੇ ਦੀ ਜ਼ਿੰਦਗੀ ਨਾਲ ਕਿਸੇ ਦੀ ਚੀਜ਼ ਚੱਕ ਕੇ ਤੂੰ ਗਿਆ, ਤੂੰ ਬਦਲਾ ਲੈ ਲਈ, ਇੰਨਾ ਨੀਚੇ ਗਿਰ ਸਕਦਾ ਕੋਈ, ਤੇਰੀ ਫੈਮਿਲੀ ਹੋਏਗੀ, ਮਾਂ ਭੈਣ ਹੋਏਗੀ, ਪਰ ਨਹੀਂ, ਉਸਨੇ 1% ਵੀ ਲਿਹਾਜ਼ ਨਹੀਂ ਕਰੀ। ਜਦੋਂ ਇਹ ਹੋਇਆ ਤਾਂ ਤੁਸੀਂ ਉਸ ਤੋਂ ਬਾਅਦ ਤੁਸੀਂ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ ਉਹਨੂੰ ਕਹਿਣ ਦੀ ਕੋਸ਼ਿਸ਼ ਕੀਤੀ, ਜਾਂ ਉਹਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਤੂੰ ਇਹ ਗਲਤ ਕੀਤਾ ਹੈਗਾ? नहीं सर, उस मुंडे तक नहीं पहुंच, क्योंकि उसके डायरेक्टर ਨਾਲ बहस ਹੁੰਦੀ ਰਹੀ। ज़्यादातर उसने बाकी सारे नंबर तकरीबन बंद ही करते सी, क्योंकि जिस टाइम एक नाल गल हुई उसने WhatsApp ग्रुप ਦੇ ਵਿੱਚ ਪਾਇਆ ਸੀ ਇਹ ਸਾਰਾ ਮੈਟਰ। ਜਦ ਗੱਲ ਹੋਈ ਸਾਰੇ ਨੇ ਇੱਕ ਦੂਜੇ ਨੂੰ ਦੱਸਤਾ, ਕਿ ਰੋਹਿਤ ਨੂੰ ਦੱਸਤਾ ਕਿ ਤੇਰੇ ਖਿਲਾਫ ਜੋ ਵੀ ਸੀਗਾ ਨਾ, ਕਿ ਮੈਡਮ ਕਾਰਵਾਈ ਕਰਨ ਨੂੰ ਕਹਿ ਰਹੇ हैं। ਉਹ ਤੱਕ ਮੈਂ ਘਰ ਆਪਣੇ ਬੇਟੇ ਨੂੰ, ਆਪਣੇ ਹਸਬੈਂਡ ਨੂੰ ਇਹ ਪੋਸਟ ਭੇਜ ਚੁੱਕੀ ਸੀ ਥਾਣੇ ਮੈਂ ਕੰਪਲੇਂਟ ਦੇਣ ਲਈ। ਜਦ ਤੱਕ ਮੈਂ ਪਟਿਆਲੇ, ਉਹ ਪੁਲਿਸ ਵਾਲਿਆਂ ਤੋਂ ਜਦ ਅਰਵੰਸਰ ਥਾਣੇ में ਗਏ, ਉਹਨਾਂ ਨੇ ਕਿਹਾ ਕਿ ਅਸੀਂ ਇੱਦਾਂ ਕਾਰਵਾਈ ਨਹੀਂ ਕਰਦੇ, ਜਿਸਕੇ ਨਾਲ ਬੀਤੀ ਹੈ ਪਹਿਲਾਂ ਉਹ ਖੁਦ ਆਣਗੇ ਜੀ। ਸ਼ੂਟ ਖਤਮ ਹੋਣ ਤੋਂ ਬਾਅਦ ਜਦ ਮੈਂ ਪਟਿਆਲੇ ਪਹੁੰਚੀ, ਅਰਵੰਸਰ ਥਾਣੇ ਪਹੁੰਚੀ, ਉਹ ਕਹਿੰਦੇ ਲਿਖਵਾਤਾ ਤੁਸੀਂ ਠੀਕ ਹੈ, ਪਰ ਅਸੀਂ ਅੱਗੇ SSP ਸਾਹਿਬ ਨੂੰ ਮਾਰਕ ਕਰਦੇ, ਤੁਸੀਂ SSP ਸਾਹਿਬ ਦੀ ਜਾਓ, ਸਾਈਬਰ ਸੈੱਲ ਦੇ ਕੰਮ ਹੈ, ਸਾਡਾ ਕੰਮ ਨਹੀਂ ਹੈ। ਮੈਂ SSP ਸਾਹਿਬ ਦੇ ਦਰਖਾਸਤ ਦਿੱਤੀ। ਉੱਥੇ ਤੋਂ 25 ਦਿਨ ਮੈਂ ਗੇੜੇ ਕੱਟੇ ਸਰ। 25 ਦਿਨ ਬਾਅਦ ਮੈਨੂੰ कहने हैं कि WhatsApp कोई भी जानकारी मुहैया नहीं करवाता किसी कस्टमर की। ऐसे ऐप चलाते क्यों हैं जहाँ तुहानू जानकारी अज जानकारी मुहैया नहीं कराता, कल किसी बारे कुछ भी लिख के कहीं भी पोस्ट कर सकते हैं। नहीं ये दसो कि ਜਦੋਂ ਤੁਹਾਨੂੰ ਇਹਨਾਂ ਨੇ ਪੁਲਿਸ ਵਾਲਿਆਂ ਨੇ, ਤੁਸੀਂ ਕਹਿ ਰਹੇ ਹੋ ਕਿ ਪੁਲਿਸ ਵਾਲਿਆਂ ਨੇ ਤੁਹਾਨੂੰ ਇਹ ਕਹਿਤਾ ਕਿ WhatsApp ਕੋਈ ਜਾਣਕਾਰੀ ਨਹੀਂ ਦਿੰਦਾ ਕਿਸੇ ਬਾਰੇ, ਤੁਹਾਨੂੰ ਇਹ ਚੀਜ਼ ਉਹਨਾਂ ਨੇ ਲਿਖਤੀ ਤੌਰ ਤੇ ਦਿੱਤੀ ਕਿ ਜ਼ਬਾਨੀ ਕਲਾਮੀ? ਜ਼ਬਾਨੀ ਕਿਹਾ ਸਰ। ਅੱਛਾ, ਫਿਰ ਕੀ ਹੋਇਆ? ਉਸ ਤੋਂ ਬਾਅਦ ਕਹਿੰਦੇ, ਜਦ ਮੈਂ ਉੱਥੇ ਕਿਹਾ, ਕਹਿੰਦੇ ਨਹੀਂ ਤੁਸੀਂ ਅਰਵੰਸਰ ਥਾਣੇ ਜਾਓ, ਤੁਹਾਡੀ ਉਹੀ ਕਾਰਵਾਈ ਕरेंगे, ਅਸੀਂ ਉਹਨਾਂ ਨੂੰ ਮਾਰਕ ਕਰ ਦਿੰਦੇ ਹਾਂ। ਉसी टाइम मैं वापस अरवंसर थाने पहुंची। मैं क्या SSP साहब ने उरे मार्क करे है, तो फोन नंबर उन्होंने दिता सी भी इत्थे गल कर लो, भी उन्होंने क्या कार्रवाई करेंगे। कहते ठीक है मैम, हैगी दरखास्त उत्थे हैगी है उस दिन दी, SSP साहब ने जो मार्क करके उत्थे तो दफ्तर च मिले सी। कहते ठीक है, तो जब कार्रवाई होगी तुहानूं दस दांगे। मैं उन्होंने कहा मैनूं टाइम दसो, 2 दिन 2 महीने 2 साल 20 साल, मैं उस दिन आवांगी। मैं बहुत गेड़े मार के परेशान हो चुकी, काम कर कुछ नहीं रहा, ना मेरे घर बार रहे, पर अज तक उत्थे तो कोई फोन नहीं आया मैनू। मैं किन्नी फोन करे, किन्नी गेड़े मारे, अज कल कदे जिन्हां कोल कंप्लेंट हो गए हुए लोक लग्या पे, कदे तुसीं मैडम सानू कोई होर कंप्लेंट आ गई, असीं उत्थे जा रहे हैं, आके तुहाडी गल सुनदे हां। तां मैं बैठ के बहुत वारी आ गई सर उत्थे तो। ਜਦੋਂ ਇਹ ਸਾਰਾ ਵਰਤਾਰਾ ਤੁਹਾਡੇ ਨਾਲ ਹੋਇਆ, ਤੁਹਾਡੇ ਪਰਿਵਾਰ 'ਚ ਕੀ ਮਾਹੌਲ ਰਿਹਾ ਫਿਰ? बहुत लड़ाई झगड़ा सर। शायद उस तो बाद मैं कुछ ही दिन घर रह सकी हाँ। 9 नवंबर तक तो मैं घरों बाहर निकल चुकी थी सर। मैनू मेरे घरदिਆਂ ने अल्टीमेट दिता कि तेरे पास 5 मिनट है,
5 ਮਿੰਟ ਮੈਂ ਜਾਂ ਤਾਂ ਘਰੋਂ ਚਲੀ ਜਾ ਜਾਂ ਮੈਂ ਸਵਾਲ ਚੱਕ ਕੇ ਬਾਹਰ ਘੇਰ ਦੂੰਗਾ। ਤੁਹਾਡੇ ਹਸਬੰਡ ਨੇ? ਜੀ उन्होंने कि 5 मिनट के मैं 4 मिनट में जानी है, मैं अपने कुछ कपड़े कुछ भांडे चक के उधर चलेगी सर। ਤੁਹਾਡੇ ਬੇਟੇ ਨੇ ਤੁਹਾਡਾ ਸਾਥ ਨਹੀਂ ਦਿੱਤਾ? ना सर वो भी गलत ही बोल दे। ਤੁਹਾਡੇ ਪਰਿਵਾਰ, ਤੁਹਾਡੇ ਮਾਪਿਆਂ ਨੇ? मम्मा पापा है नहीं सर, 20-22 साल हो गए उनकी डेथ। ਕੋਈ ਵੀ ਨਹੀਂ ਸੀਗਾ ਤੁਹਾਡੇ ਨਾਲ? पैन पाएंगे सब अपने अपने घर आते सर, कोई नहीं चाहता जब एक बार बदनामी लग जाए कोई साथ नहीं दिंदा सर। सबने ਹੁੰਦਾ कि ਸਾਡੇ ਘਰ 'ਚ ਪ੍ਰੋਬਲਮ ਨਾ ਵੱਜੇ। ਉਸ ਤੋਂ ਬਾਅਦ ਫਿਰ ਤੁਸੀਂ ਆਪਣਾ, ਜਦੋਂ ਤੁਹਾਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਤੁਸੀਂ ਫਿਰ ਆਪਣੀ ਜਿਹੜੀ ਜੀਵਨ ਚਲਾਉਣ ਲਈ ਕੀ ਕੀਤਾ ਫਿਰ? ਜਿਹੜੀ ਪ੍ਰੋਡਕਸ਼ਨ ਟੀਮ ਵਾਲੇ ਸੀਗੇ ਜਿਨ੍ਹਾਂ ਦੇ ਕਰਕੇ ਰੋਲਾ ਪਿਆ ਸੀ, ਉਹਨਾਂ ਦੀ ਟੀਮ ਪਟਿਆਲੇ ਦੇ ਵਿੱਚ ਹੀ ਰਹਿ ਰਹੀ ਸੀ। ਮੈਂ ਉਹਨਾਂ ਕੇ ਨਾਲ ਹੀ ਰਹਿਣ ਲੱਗੀ। ਆਪਣਾ ਜਿੰਨਾ ਮੇਰਾ ਹਿੱਸਾ ਬਣਦਾ ਸੀ ਕਿਰਾਏ ਦਾ, ਖਰਚਾ ਪਾਣੀ ਦਾ ਮੈਂ ਆਪਣਾ ਦੇ ਕੇ ਉਹਨਾਂ ਕੇ ਨਾਲ ਹੀ ਰਹਿ ਰਹੀ ਸੀ। ਉਸ ਤੋਂ ਬਾਅਦ ਮੈंने ਪੀਜੀ ਲੱਤਰ ਲੱਗ, ਪਰ ਹੁਣ ਵੀ ਮੈਂ ਪ੍ਰੋਡਕਸ਼ਨ ਵਾਲਿਆਂ ਕੇ ਨਾਲ ਜੁੜ ਕੇ ਹੀ ਰਹਿ ਰਹੀ ਹਾਂ ਕਿਉਂਕਿ ਉਹਨਾਂ ਤੋਂ ਉਧਰ ਤੋਂ ਮੈਨੂੰ ਕੰਮ ਮਿਲਦਾ ਰਹਿੰਦਾ ਸਰ, ਜਿਸ ਨਾਲ ਮੇਰੀ ਰੋਟੀ ਚੱਲਦੀ ਹੈ। ਜਦੋਂ ਕੰਮ ਨਹੀਂ ਮਿਲਦਾ ਤਾਂ ਫਿਰ ਤੁਹਾਨੂੰ ਰੇਹੜੀ ਵੀ ਲਾਉਣੀ ਪਈ? ਹਾਂਜੀ, ਮੈਂ ਯੂਨੀਵਰਸਿਟੀ ਪੁਲ ਕੇ ਨੀਚੇ ਰੇਹੜੀ ਲਗਾਉਂਦੀ ਹਾਂ ਸਰ, ਚਾਹ ਦੀ, ਪੋਹੇ ਦੀ, ਤਾਂ ਹੁਣ ਕੁਲਚੇ ਦੀ। ਤੇ ਕੀ ਉਹ ਉੱਥੇ ਆਰਾਮ ਨਾਲ ਚੱਲ ਰਿਹਾ ਕਿ ਉੱਥੇ ਵੀ ਦਿੱਕਤਾਂ ਆਈਆਂ ਤੁਹਾਨੂੰ ਕੋਈ? ਹਾਂਜੀ ਸਰ, ਇੱਕ ਕੋਈ ਬੰਦਾ ਆਇਆ ਸਤਵੀਰ ਨਾਮ ਦਾ, ਸਤਵੀਰ ਜੀ, ਉਹ ਕਹਿੰਦੇ ਮੈਂ ਡੀਐਸਪੀ ਹਾਂ, ਤੁਸੀਂ ਉਰੇ ਤੋਂ ਆਪਣੀ ਰੇਹੜੀ ਚੱਕ ਲਓ। मैंने कहा सर 10 मिनट का टाइम दो क्योंकि मेरे पास सिलेंडर भी है, सामान भी है, मेरी बेटी आ जाती है। कहते उधर ही से रेडी कर लो, मैं कि मैं उधर कर लेनी है। कहते 10 मिनट नहीं, हुणी के हुणी चक्को सिलेंडर ऊपर रखो तो उधर कर लो। इतने सामने मेरिया दुकाना है, मैं अपनी दुकान के सामने रेडी लगन देवांगा तो कल मैनू लोग की कहणगे। मैं कहा सर जे इधर भी ट्रैफिक रुक रहा उधर भी ट्रैफिक रुक रहा, दोनों पासे ट्रैफिक रुकदा, या तो तुसीं रेहड़ियां सारियां चका दो तो सिर्फ मेरी रेहड़ी नाल प्रॉब्लम नहीं होनी चाहिए ਤੁਹਾਨੂੰ। ਕਹਿੰਦੇ ਨਹੀਂ, ਉਹ ਫੋਨ ਕਰਨ ਲੱਗ ਗਏ ਅਫਸਰਾਂ ਨੂੰ। ਅਰਬਨ ਸਟੇਟ ਥਾਣੇ ਦੇ ਵਿੱਚੋਂ ਪੁਲਿਸ ਵਾਲੇ ਮੁਲਾਜ਼ਮ ਆਏ, ਲੇਡੀਜ਼ ਵੀ ਆਈ ਇੱਕ ਨਹੀਂ ਨਾਲ ਉਹਨਾਂ ਦੇ, ਪਰ ਉਹਨਾਂ ਨੇ ਖੈਰ ਮੈਨੂੰ ਕੁਝ ਵੀ ਬਦਤਮੀਜ਼ੀ ਨਹੀਂ ਕਰੀ, ਕੁਝ ਨਹੀਂ ਕਿਹਾ। ਉਹਨਾਂ ਨੇ ਕਿਹਾ ਮੈਡਮ ਤੁਸੀਂ ਆਪਣੀ ਰੇਹੜੀ ਪਿੱਛੇ ਕਰਕੇ ਲਾ ਲਓ, ਇਹ ਸਾਡੇ ਆਫੀਸਰ ਹੈ, ਸਾਨੂੰ ਇਹਨਾਂ ਦੀ ਵੀ ਸੁਣਨੀ ਪੈਂਦੀ ਹੈ ਜੀ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ ਕਿ ਸਰ ਠੀਕ ਹੈ ਤੁਹਾਨੂੰ ਇਹਨਾਂ ਦੀ ਸੁਣਨੀ ਪੈਂਦੀ ਹੈ, ਇਹਨਾਂ ਨੇ ਤੁਹਾਨੂੰ ਫੋਨ ਕਰਿਆ, ਤੁਸੀਂ 5 ਮਿੰਟ ਮੈਂ ਅਵੇਲੇਬਲ ਹੋ ਗਏ ਉੱਥੇ, ਮੈਂ 14 ਮਹੀਨੇ ਜੀ ਤੁਹਾਡੇ ਕੋਲ ਧੱਕੇ ਖਾ ਰਹੀ ਹਾਂ। ਇਹ ਉਹੀ ਪੁਲਿਸ ਵਾਲੇ ਸੀ, ਉਹੀ ਥਾਣਾ ਸੀ ਜਿੱਥੇ ਤੁਸੀਂ ਜਾਂਦੇ ਰਹੇ? ਜੀ ਸਰ, ਮੈਂ 14 ਮਹੀਨੇ ਕਿ ਤੁਹਾਡੇ ਕੋਲ ਧੱਕੇ ਖਾ ਰਹੀ ਹਾਂ, ਮੇਰੀ ਸੁਣਵਾਈ ਕਿਉਂ ਨਹੀਂ? ਕਹਿੰਦੇ ਆ ਜਾਓ ਤੁਸੀਂ ਨਾਲ ਚੱਲੋ, ਤੁਹਾਡੀ ਅੱਜ ਹੀ ਸੁਣਵਾਈ ਕਰਦੇ ਹਾਂ। ਮੇਰੇ ਨਾਲ ਗਏ, ਮੈਂ ਥਾਣੇ ਤੱਕ ਪਹੁੰਚੀ, ਉਹਦੇ ਤੱਕ ਉਹਨਾਂ ਨੇ ਮੈਨੂੰ ਇਹ ਕਹਿ ਕੇ ਭੇਜਤਾ ਵਾਪਸ ਕਿ ਕੋਈ ਨਾ ਮੈਡਮ ਕੱਲ੍ਹ ਆਉਣਾ, ਠੰਡੇ ਦਿਮਾਗ ਨਾਲ ਤੁਹਾਡਾ ਬੀਪੀ ਵਧਿਆ ਹੋਇਆ। ਫਿਰ ਉਸ ਤੋਂ ਬਾਅਦ ਤੁਸੀਂ ਦੁਬਾਰਾ ਗਏ? ਨਾ ਸਰ, ਕਿਉਂਕਿ ਮੈਨੂੰ ਪਤਾ ਸਿਰਫ ਗੇੜੀ ਮਰਵਾ ਰਹੇ 14, ਉਹਨਾਂ ਨੇ ਕੱਲ੍ਹ ਮੈਨੂੰ ਟਾਲਣਾ ਸੀ ਉੱਥੇ ਤੋਂ ਰੇਹੜੀ ਦੇ ਮਸਲੇ ਕਰਨ, ਬਸ ਉਹ ਟਾਲ ਕੇ ਅਗਲੇ ਨੇ ਸਾਈਨ ਕਰਾ ਕੇ ਭੇਜਤਾ। ਹੁਣ ਕੋਈ ਆਸ ਹੈਗੀ ਹੈ ਤੁਹਾਨੂੰ ਇਨਸਾਫ ਮਿਲਣ ਦੀ? इंसाफ देते हैं सर, अगर इंसाफ नहीं भी मिले तो मैं शायद सुसाइड का रास्ता ही चुनूंगी। ਨਹੀਂ, ਸੁਸਾਈਡ ਰਸਤਾ ਤਾਂ ਕੋਈ ਹੱਲ ਨਹੀਂ ਹੈ। ਇਹ ਮੈਂ ਵੀ ਤੁਹਾਨੂੰ ਨਹੀਂ ਚਾਹਾਂਗਾ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਕਦਮ ਚੱਕੋ। ਮੈਂ ਜਿੱਥੇ ਤੱਕ ਹੋਏਗੀ ਤੁਹਾਡੀ ਆਵਾਜ਼ ਜਿਹੜੀ ਸੁਣ ਰਹੇ ਲੋਕੀ ਤੁਹਾਡੀ ਮਦਦ ਕਰਨਗੇ, ਐਸੀ ਗੱਲ ਨਹੀਂ ਹੈ। ਲੇਕਿਨ ਇਸ ਤਰ੍ਹਾਂ ਦੀ ਜਿਹੜੀ ਸੋਚ ਵੀ ਦਿਮਾਗ 'ਚ ਨਹੀਂ ਲਿਆਉਣੀ ਚਾਹੀਦੀ। ਭਰੋਸਾ ਰੱਖੋ। सर एक गल मैं बिल्कुल फ्रैंकली कहना चाहती हाँ, अज के समाज अगर औरत कहीं भी जाए सर, किसी भी उम्र की क्यों ना हो, कोई भी बंदा उसके साथ देने का वादा कर देना सर, सिर्फ एक ही चीज़ उसने हमें लगता है कि अगर जनानी कहीं है तो साढ़े लिए अवेलेबल है, उसने सिर्फ एक निगाह नाल देखा जाता सर। अज भी समाज च कोई बदलाव ना है ना कदे होएगा सर। ਤੁਹਾਨੂੰ ਕਾਨੂੰਨ ਤੇ ਭਰੋਸਾ ਹੈ? बिल्कुल नहीं सर। ਅਦਾਲਤਾਂ ਤੇ ਭਰੋਸਾ ਹੈ? शायद कुछ % मैं अदालत पर भरोसा कर सकती हाँ। एक उत्थे आस रखी बैठी है, मैं केस लगाया, जे उत्थे तो ही मेरी कोई भी सुनवाई नहीं होंदी तो शायद मरण तो इलावा कोई हल नहीं रह जाता इंसान ਮਰਨ ਤੋਂ ਇਲਾਵਾ ਕੋਈ ਇਸ ਤਰ੍ਹਾਂ ਨਹੀਂ ਹੈ। ਇੱਕ ਹੇਠਲੀ ਅਦਾਲਤ ਹੀ ਇੱਕ ਅਦਾਲਤ ਨਹੀਂ ਹੁੰਦੀ, ਉਸ ਤੋਂ ਉੱਪਰ ਵੀ ਹੁੰਦਾ, ਉਸ ਤੋਂ ਉੱਪਰ ਵੀ ਹੁੰਦਾ। ਤੇ ਇਹ ਜ਼ਰੂਰੀ ਨਹੀਂ ਹੈ ਕਿ 4 ਬੰਦੇ ਆਪਾਂ ਨੂੰ ਖਰਾਬ ਮਿਲ ਗਏ ਤੇ ਸਾਰਾ ਹੀ ਸਮਾਜ ਖਰਾਬ ਹੈ ਜਾਂ ਸਾਰੇ ਹੀ ਅਧਿਕਾਰੀ ਖਰਾਬ ਨੇ। ਬਹੁਤ ਵਧੀਆ ਤੇ ਸੂਝਵਾਨ ਤੇ ਇਮਾਨਦਾਰ ਜਿਹੜੀ ਅਧਿਕਾਰੀ ਵੀ ਹੈਗੇ ਨੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰਾ ਇਨਸਾਫ ਮਿਲੇਗਾ। सर मैं भी उम्मीद करती हाँ कि शायद मैनू कोई जिंदगी में अच्छा इंसान मिले। मैं भी देखना चाहूँगी ऐसे इंसान धरती ते अगर अज भी पैदा होंगे तो मैं मिलना जरूर चाहूँगी। ਤੁਸੀਂ ਦਰਸ਼ਕਾਂ ਨੂੰ ਦੇਖ ਕੇ ਕੋਈ ਅਪੀਲ ਕਰਨਾ ਚਾਹੋਗੇ ਕਿ ਕਿਸ ਤਰੀਕੇ ਨਾਲ ਤੁਹਾਨੂੰ ਕੀ ਤੁਸੀਂ? मैं कोई अपील करना चाहूँगी सारी दुनिया तो कि पुत जमने बंद कर दो।
दुनिया खत्म हो जाएगी तो बहुत बेहतर हो जाएगा। शायद इंसानों तो बिना जानवर दुनिया च होण तो बहुत बेहतर होएगा। इंसान ही जानवर बने हुए हैं सर अजकल। तो मैं जिस दर्द नाल साल तो ऊपर हो गया, मैं बीत रही, ठीक है, मैं हंसी रहनी दुनिया के सामने, क्योंकि जरूरी है। अगर किसी के सामने जरा सा रो दो ना सर, और मोढिया ते हाथ तरदा तरदा कल सिर तो मोढिया ते पहुंचदा। शायद तुसी एक पत्रकार हो, ਤੁਹਾਨੂੰ ਇਹ ਦੁਨੀਆ 'ਚ ਬਹੁਤ ਸਾਰੇ ਲੋਕ ਮਿਲਦੇ ਰਹਿੰਦੇ ਹੋਣਗੇ, ਤੁਸੀਂ ਸ਼ਾਇਦ ਮੇਰੇ ਤੋਂ ਜ਼ਿਆਦਾ ਬਿਹਤਰ ਸਮਝਦੇ ਆ। ਸੋ ਅਸੀਂ ਦਰਦ ਸਮਝ ਸਕਦੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਤੁਸੀਂ ਲੰਘੇ ਹੋ ਤੇ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਲੰਘ ਰਹੇ ਹੋ। ਉਮੀਦ ਕਰਦੇ ਹਾਂ ਕਿ ਜਿਹੜੇ ਅਧਿਕਾਰੀ ਜਾਂ ਜਿਹੜੇ ਵੀ ਲੋਕ ਇਸ ਇੰਟਰਵਿਊ ਨੂੰ ਦੇਖ ਰਹੇ ਨੇ ਉਹ ਜ਼ਰੂਰ ਇਹਨਾਂ ਦੀ ਮਦਦ ਕਰਨਗੇ। ਤੁਹਾਡਾ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ। ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ, ਮਦਦ ਕਰਨਾ, ਭੈਣ ਭਾਈ ਦੇ ਤੌਰ ਤੇ ਜ਼ਰੂਰ ਮਿਲਣਾ। ਪਰ ਹਰ ਜਨਾਨੀ ਸਿਰਫ ਰਾਤ ਕੱਟਣ ਲਈ ਅਵੇਲੇਬਲ ਨਹੀਂ ਹੁੰਦੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਪੀੜਿਤ ਔਰਤ ਹੰਝੂਆਂ ਤੋਂ ਇਲਾਵਾ ਇਸ ਵੇਲੇ ਕੋਈ ਗੱਲ ਵੀ ਨਹੀਂ ਕਰ ਪਾ ਰਹੀ। ਮੈਨੂੰ ਇਸ ਵੇਲੇ ਸੁਰਜੀਤ ਪਾਤਰ ਹੋਣਾ ਦੀ ਇੱਕ ਜਿਹੜੀ ਕਵਿਤਾ ਯਾਦ ਆਉਂਦੀ ਹੈ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ। ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਕੋਈ ਨਾ ਕੋਈ ਅਧਿਕਾਰੀ ਅਜਿਹਾ ਜ਼ਰੂਰ ਮਿਲੇਗਾ ਜਿਹੜਾ ਇਹਨਾਂ ਨੂੰ, ਇਹਨਾਂ ਦੇ ਦਰਦ ਨੂੰ ਸਮਝੇਗਾ, ਇਹਨਾਂ ਦੀ ਅਸਲੀਅਤ ਨੂੰ ਸਮਝੇਗਾ ਅਤੇ ਇਹਨਾਂ ਨੂੰ ਇਨਸਾਫ ਦੇਗਾ। ਮਿਲਦੇ ਹਾਂ ਅਗਲੀ ਵਾਰੀ ਇੱਕ ਨਵੇਂ ਮਹਿਮਾਨ ਦੇ ਨਾਲ, ਇੱਕ ਨਵੇਂ ਮਸਲੇ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।